ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ। ਤਿਤ ਸਰਵਰ ਅੜੈ, ਉਸ ਸਰੋਵਰ ਵਿੱਚ ਭਈ ਲੈ ਨਿਵਾਸਾ, ਸਾਡਾ ਨਿਵਾਸ ਲਿਆ ਹੋਇਆ ਹੈ, ਅਸੀਂ ਉਸ ਸਰੋਵਰ ਵਿੱਚ ਰਹਿੰਦੇ ਹਾਂ। ਆ ਕੀ ਹੈ ਸਰੋਵਰ? ਆ ਸਰੋਵਰ ਹੈ ਪਾਣੀ ਦਾ। ਇਹ ਉਹੀ ਸਰੋਵਰ ਹੈ ਜੀ ਗੋਪੀਆਂ ਨੇ, ਐਸੇ ਸਰੋਵਰ ਦੇ ਵਿੱਚ ਗੋਪੀਆਂ ਨੇ ਬੈਠੀਆਂ। ਸਰੋਵਰ ਦਾ ਹੀ ਕੱਪੜਾ ਲਿਆ ਹੋਇਆ ਹੈ। ਸਰੋਵਰ ਦਾ ਹੀ ਕੱਪੜਾ, ਸਰੋਵਰ ਹੀ ਬੈਠਾ, ਸਰੋਵਰ ਢਕਿਆ ਹੋਇਆ, ਨਹੀਂ ਵੈਸੇ ਨੰਗਾ ਹੈ, ਨੰਗਾ ਦੋਚ ਕੇ ਚੱਲਿਆ। ਜਾਂ ਸਰੋਵਰ ਚੋਂ ਨਿਕਲਦਾ ਨੰਗਾ ਹੁੰਦਾ। ਫਿਰ ਪਹਿਲੇ ਨਿਵਾਸਾ ਪਾਣੀ ਪਾਵਕ ਤੇ ਨਹੀਂ ਕੀਆ। ਨੰਗਾ ਕਦ ਹੋ ਗਿਆ ਸੀ ਇਹ? ਜਦੋਂ ਇਹ ਨਿਕਲ ਕੇ ਆਇਆ ਨਾ ਸ਼ਾਮ ਦੇ ਵਿੱਚੋਂ ਕ੍ਰਿਸ਼ਨ, ਜਦੋਂ ਆਤਮਾ ਆਪਣੇ ਮੂਲ ਚੋਂ ਨਿਕਲ ਕੇ ਆਈ ਉਦੋਂ ਨੂੰ ਕੀ ਹੋ ਗਈ ਸੀ? ਤਾਂ ਕੱਪੜਾ ਤਾਂ ਫਿਰ ਉੱਥੇ ਰਹਿ ਗਿਆ ਨਾ। ਇੱਕ ਸੱਪ ਦੇ ਵਿੱਚ ਦੂਆ ਸੱਪ ਖਾਧਾ ਹੋਇਆ, ਨਿਕਲਿਆ ਹੋਇਆ। ਆਪਾਂ ਸੱਪ ਚੋਂ ਸੱਪ ਕੱਢ ਲਿਆ, ਸੱਪ ਨੰਗਾ ਹੋ ਗਿਆ ਨਾ, ਬਾਹਰ ਆ ਗਿਆ ਨਾ। ਪਹਿਲਾਂ ਇੱਕੋ ਹੀ ਸੀ, ਹੁਣ ਦੋ ਹੋ ਗਏ। ਇਹ ਬਗਲਾ ਜਿਹੜਾ ਹੈਗਾ ਇਹ ਹੰਸ ਵਿੱਚੋਂ ਹੀ ਨਿਕਲਿਆ ਹੋਇਆ। ਤਾਂ ਹੀ ਕਿਹਾ ਸੀ ਨਾ, ਦਰਿਆਵੇ ਕੰਢੇ ਬਗਲਾ ਬੈਠਾ ਕੇਲ ਕਰੇ। ਕੇਲ ਕਰਨ ਦੇ ਹੰਝਰੂ ਚਿੰਤੇ ਬਾਜ ਪਏ, ਬਾਜ ਹੰਝਰੂ ਪਏ ਨੇ। ਜਦ ਬਾਜ ਹੰਝਰੂ ਪਈ ਆ ਤਾਂ ਬਗਲੇ ਨੇ ਸਰੀਰ ਜਾਂ ਛੱਡਣਾ ਨਾ, ਉਹਦੇ ਵਿੱਚ ਸਮਾ ਜਾਣਾ। ਕਹਿ ਨਹੀਂ ਰਹਿ ਸਕਦਾ ਬਿਨਾਂ, ਕਿਉਂਕਿ ਸ਼ਾਮ ਹੀ ਇਹਦਾ ਕੱਪੜਾ ਹੈ। ਸ਼ਾਮ ਸੁੰਦਰ ਹੈ ਨਾ, ਇਹੀ ਕੱਪੜਾ। ਤਾਂ ਹੀ ਕਹਿਣਾ ਨੀਂਦ ਕਿਉਂ ਆਈ? ਸ਼ਾਮ ਸੁੰਦਰਤਾ ਦੀ ਨੀਂਦ, ਸ਼ਾਮ ਸੁੰਦਰਤਾ ਦੀ ਨੀਂਦ ਕਿਉਂ ਆਈ? ਇਸੇ ਕਰਕੇ ਕਿਹਾ ਇਹੀ ਕੱਪੜਾ ਇਹਦਾ। ਉਹ ਚ ਸਮਾ ਜਾਣਾ, ਜਾਂ ਇੱਥੋਂ ਜਾਣਾ ਉਹ ਚ ਸਮਾ ਕੇ ਹੀ ਜਾਣਾ। ਉਹ ਵੀ ਨੰਗਾ ਹੀ ਆ ਸ਼ਾਮ ਸੁੰਦਰ ਵੀ, ਸੱਚ ਬਿਨਾਂ। ਉਹ ਸੱਚ ਬਿਨਾਂ ਨੰਗਾ ਹੈ, ਉਹਦੇ ਬਿਨਾਂ ਨੰਗਾ। ਉਹ ਵੀ ਨੰਗਾ ਹੀ ਆ ਉਹਨਾਂ ਚਿਰ, ਕਿਉਂਕਿ ਸੱਚ ਖਾਣਾ, ਸੱਚ ਖੰਡ ਜਾਣ ਵਾਸਤੇ ਨੰਗਾ, ਉਹ ਇੱਥੇ ਵਾਸਤੇ ਨਹੀਂ। ਸਭ ਨੰਗਿਆਂ ਦਾ ਭੁੱਖਿਆਂ ਦਾ ਦੇਸ਼ ਹੈ। ਆ ਦੇਸ਼ ਕੀ ਹੈ? ਨੰਗਿਆਂ ਦਾ ਭੁੱਖਿਆਂ ਦਾ, ਭਿਖਾਰੀਆਂ ਦਾ। ਭਿਖਾਰੀ ਭੁੱਖਾ ਹੀ ਹੁੰਦਾ। ਜਿੰਨਾ ਚਿਰ ਨੰਗਾ ਭੁੱਖਾ ਇੱਥੇ ਹੀ ਰਹੂਗਾ। ਜਦ ਇਹਨੂੰ ਕੱਪੜਾ ਮਿਲ ਗਿਆ, ਰੱਜ ਗਿਆ, ਫਿਰ ਅਸੀਂ ਹੁਣ ਚਲੇ ਜਾਓ। ਉੱਥੇ ਜਾ ਕੇ ਰਾਜ ਹੈ, ਫਿਰ ਰਾਜਾ ਨਾਲ ਰੱਜਿਆ ਹੋਇਆ। ਰਾਜ ਨਹੀਂ ਕਰਨਾ ਉੱਥੇ ਕਿਸੇ ਨੇ, ਰਾਜਾ ਨਹੀਂ ਉੱਥੇ ਕੋਈ ਕਿਤੇ ਰੱਜਿਆ ਹੋਇਆ। ਇੱਥੇ ਰਾਜ ਕਰਨਾ, ਇਹ ਸੰਸਾਰ ਦਾ ਰਾਜਾ ਹੈ, ਉੱਥੇ ਦਾ ਰਾਜਾ ਨਹੀਂ। ਉੱਥੇ ਤਾਂ ਸਾਰੇ ਬਰਾਬਰ ਨੇ। ਇੱਥੇ ਸਾਰੇ ਨੰਗੇ ਭੁੱਖੇ ਦਾ ਦੇਸ਼ ਹੈ ਹੀ, ਨੰਗੇ ਭੁੱਖੇ ਸਾਰੇ। ਇਹਦੇ ਕਰਕੇ ਇੱਥੇ ਉਹਦੀ ਦੌੜ ਹੈ, ਮਾਇਆ ਦੀ। ਮਾਇਆ ਦੀ ਦੌੜ ਕਿਉਂ? ਨੰਗੇ ਭੁੱਖੇ ਦੀ ਦੌੜ ਕਾਹਦੀ ਹੁੰਦੀ? ਮਾਇਆ ਦੀ। ਜਿੰਨਾ ਮਾਇਆ ਜਿੰਨੀ ਮਰਜੀ ਇਕੱਠੀ ਕਰ ਲਵੇ, ਨੰਗਾ ਭੁੱਖਾ ਰਹੂਗਾ ਹੀ ਰਹੂਗਾ। ਭੁੱਖਿਆ ਭੁੱਖ ਨਾ ਉਤਰ, ਕਿਉਂਕਿ ਮਾਇਆ ਨਾਲ ਨਹੀਂ ਜਾਂਦੀ। ਇਸ ਕਰਕੇ ਨੰਗਾ ਤਾਂ ਰਹਿਣਾ ਹੀ ਰਹਿਣਾ, ਭੁੱਖਾ ਵੀ ਰਹਿਣਾ। ਜਿੰਨੀ ਮਰਜੀ ਮਾਇਆ ਇਕੱਠੀ ਕਰ ਲਵੇ, ਨੰਗਾ ਵੀ ਰਹਿਣਾ। ਜਾਣ ਲੱਗੇ ਨੇ ਇਹ ਤਾਂ ਸਾਰਾ ਖੋਲ ਲੈਣਾ ਇੱਥੇ। ਨੰਗ ਭੁੱਖ ਉਤਰੇ ਕਿਵੇਂ? ਨਾਮ ਨਾਲ ਉਤਰੂ। ਨਾਮ ਧਾਨੇ ਦੇ ਨਾਲ ਰਹੂਗਾ। ਨਾਮ ਨਾਲ ਤ੍ਰਿਪਤ ਹੋ ਜਾਂਦਾ ਪਹਿਲਾਂ ਹੀ। ਨਾਮ ਫਿਰ ਇਹਦਾ ਸੱਚ ਖਾਣਾ, ਸੱਚ ਪਹਿਲਾਂ ਇਹਦੇ ਪਰਦੇ ਨਾਮ ਢਕਦਾ। ਫਿਰ ਇਹ ਜਾਂਦਾ ਹਾਂ, ਸੱਚ ਖੜ ਜਾ ਸਕਦਾ, ਵਰਨਾ ਨਹੀਂ ਜਾ ਸਕਦਾ। ਇਹ ਆਦੇ ਵਿੱਚ ਵੀ ਇਹੀ ਗੱਲ ਹੈ। ਉੱਥੇ ਜਿਹੜੀ ਹੋਰ ਤਰ੍ਹਾਂ ਦੀ ਕਹਾਣੀ ਬਣਾ ਕੇ ਕਹਿਤੀ ਗੱਲ, ਉੱਥੇ ਉਹਨਾਂ ਨੇ ਕਹਾਣੀ ਬਣਾਤੀ ਲੰਬੀ ਚੌੜੀ ਸਮਝਾਉਣ ਵਾਸਤੇ। ਰਾਜਾ ਰਾਮ ਦੀ ਕਹਾਣੀ ਆਪਣੀ ਉਹਨੇ ਕਹੀ ਸੀ ਸੰਸਾਰ ਦੀ। ਉਹ ਇੰਨੀ ਗੱਲ ਉਲਝ ਗਈ, ਸਮਾਂ ਔਖੀ ਹੋ ਗਈ। ਦੁਨੀਆ ਨੇ ਉਲਟੇ ਅਰਥ ਪਾ ਕੇ ਹੋਰ ਇਹ ਚੀਜ਼ ਬਣਾ ਲਈ ਉਹਦੀ।
ਕਿਹਾ ਕੁਝ ਹੋਰ ਸੀ, ਬੁੱਝਣ ਵਾਲੀ ਗੱਲ ਸੀ। ਆਪਸ ਵਿੱਚ ਹੀ ਬੜੇ ਆਦਮੀਆਂ ਦੇ ਬੁੱਝਣ ਵਾਲੀ ਉਹ ਗੱਲ ਸੀ। ਉਹ ਉੱਚੇ ਦਰਜੇ ਦੇ ਵਿਦਵਾਨਾਂ ਦੇ ਜਦ ਪਬਲਿਕ ਜਾ ਜਾਂਦੀ ਉਹਦਾ ਕੁਝ ਹੋਰੇ ਬਣ ਜਾਂਦਾ। ਪਬਲਿਕ ਵਾਸਤੇ ਤਾਂ ਇਹ ਜਿਹੀਆਂ ਗੱਲਾਂ ਹੀ ਨਹੀਂ ਹੁੰਦੀਆਂ। ਇਹ ਕਹਾਣੀਆਂ ਪਬਲਿਕ ਵਾਸਤੇ ਨਹੀਂ ਹੁੰਦੀਆਂ। ਪਬਲਿਕ ਵਾਸਤੇ ਜਦ ਹੁੰਦੀਆਂ ਜਾਂ ਸਮਝਾਉਣੇ ਵਾਲਾ ਕੋਈ ਪੂਰਾ ਹੋਵੇ ਸਤਿਗੁਰ। ਪਬਲਿਕ ਦੇ ਮਤਲਬ ਨਾਲ ਕਾਰਨ ਹੈ ਬੁੱਝ ਕੇ ਬੁਝਾਵੇ ਕੋਈ, ਫਿਰ ਪਬਲਿਕ ਨੂੰ ਫਾਇਦਾ, ਇਹਦਾ ਨਹੀਂ ਨੁਕਸਾਨ ਹੈ। ਪਬਲਿਕ ਨੂੰ ਫਾਇਦਾ ਨਹੀਂ ਹੁੰਦਾ ਇਹਦਾ। ਕਿਹੜੀ ਦਾ? ਜਿਹੜਾ ਗੁਰਬਾਣੀ ਦਾ ਵੀ ਨੁਕਸਾਨ ਹੈ, ਪਬਲਿਕ ਨੂੰ ਕੀ ਫਾਇਦਾ? ਕੀ ਫਾਇਦਾ ਗੁਰਬਾਣੀ ਦਾ? ਗੁਰਬਾਣੀ ਦਾ ਨੁਕਸਾਨ ਪਬਲਿਕ ਨੂੰ ਜ਼ਿਆਦਾ, ਫਾਇਦਾ ਘੱਟ ਹੈ। ਪਬਲਿਕ ਗੁਰਬਾਣੀ ਸਾਹਮਣੇ ਉਹ ਕੰਮ ਕਰਦੇ ਜਿਹੜੇ ਛਡਾਏ ਹੋਏ ਨੇ। ਅਸੀਂ ਮੱਥਾ ਟੇਕ ਕਰ ਦੱਸ ਉਹ ਕਰਦੇ ਆ ਜਿਹੜੀਆਂ ਕਿਹਾ ਹੋਇਆ ਬਿਨ ਤੁਧ ਹੋਰ ਜੇ ਮੰਗਣਾ ਸਿਰ ਤੋਂ ਖਲ ਗਏ ਦੁੱਖ, ਮੰਗਦੇ ਹੋਈ ਆ ਫਿਰ ਵੀ ਨੁਕਸਾਨ ਹੋਇਆ, ਫਾਇਦਾ ਕੀ ਹੋਇਆ? ਜਿੰਨਾ ਚਿਰ ਦੀ ਸਹੀ ਸਮਝ ਨਹੀਂ ਇਹਦਾ ਨੁਕਸਾਨ ਜ਼ਿਆਦਾ ਹੁੰਦਾ। ਕਿਉਂ ਖੰਡਾ ਤਿੱਖੀ ਵਾਲੋਂ ਨੇ ਕੀ ਹੈ ਨਾ, ਖੰਡਾ ਤਿੱਖੀ ਵੀ ਹੈ, ਨੁਕਸਾਨ ਵੀ ਕਰਦੀ ਹੈ। ਜੇ ਬਾਲੋਂ ਨਿੱਕੀ ਹੈ ਤਾਂ ਖੰਡਾ ਤਿੱਖੀ ਵੀ ਹੈ। ਜਿਹੜੀ ਬੁੱਧ ਪੈਦਾ ਹੋਣੀ ਸੀ ਉਹਨੂੰ ਵੱਢ ਦਿੰਦੀ, ਉੱਥੋਂ ਰਾਹ ਬੰਦ ਕਰਤਾ। ਕਿਸੇ ਫਸਲ ਨੂੰ ਤਾਂ ਵੱਢਦੀ ਹੈ ਤਾਂ ਵਧਣਾ ਬੰਦ ਹੋ ਜਾਂਦੀ ਹੈ ਨਾ। ਗਿਆਨ ਨੂੰ ਐਸਾ ਵੱਢ ਦਿੱਤਾ ਇਹ ਤਲਵਾਰ ਨੇ, ਗਿਆਨ ਬਿਲਕੁਲ ਹੀ ਖਤਮ ਹੋ ਗਿਆ। ਸਿੱਖਾਂ ਦਾ ਗਿਆਨ ਉੱਤੇ ਨੂੰ ਜਾ ਹੀ ਨਹੀਂ ਰਿਹਾ, ਸਟਿਲ ਹੋ ਗਿਆ, ਖੜ ਗਿਆ ਉੱਥੇ। ਜੇ ਗੱਲ ਨਾ ਸਮਝ ਆਵੇ ਬੁਝਾਰ ਤੇ ਨੁਕਸਾਨ ਵੀ ਹੁੰਦਾ, ਉੱਥੇ ਰੋਕ ਦਿੰਦੀ ਹੈ, ਰਾਹ ਰੋਕਦਾ। ਇਸ ਕਰਕੇ ਸੰਸਾਰੀ ਰਾਹ, ਨਿਰਾਕਾਰ ਦਾ ਰਾਹ, ਸੱਚਖੰਡ ਦਾ ਰਾਹ ਸਾਰਿਆਂ ਦਾ ਰੁਕਿਆ ਹੋਇਆ ਹੈ। ਕਿਉਂ ਸਮਝ ਨਹੀਂ ਆਈ ਕੋਈ ਗੱਲ। ਸਮਝ ਆਊ ਰਾਹ ਖੁੱਲੂਗਾ। ਜੇ ਹਿੰਦੂਆਂ ਨੂੰ ਸਮਝ ਆਉਂਦੀ ਤਾਂ ਰਾਹ ਖੁੱਲ ਜਾਂਦਾ, ਗਾਹਾਂ ਤੋਦਾ ਕੋਈ। ਉਹ ਅਰਥ ਉਹੀ ਕਰੀ ਜਾਂਦੇ, ਉੱਥੇ ਖੜੇ ਨੇ। ਅਸੀਂ ਵੀ ਟੀਕਿਆਂ ਦੇ ਖੜੇ ਹਾਂ, ਟੀਕੇ ਦੇ ਵਿੱਚ ਟੀਕੇ ਕਿਤੇ ਲੈ ਕੇ ਨਹੀਂ ਜਾਂਦੇ, ਉੱਥੇ ਬੰਦ ਕਰਤਾ ਰਾਹ। ਗਿਆਨ ਦਾ ਰਾਹ ਰੁਕ ਗਿਆ ਸਿੱਖਾਂ ਦਾ, ਰੁਕ ਗਏ ਜਾ ਕੇ, ਖੜ ਕੇ ਗਾਹ ਨਹੀਂ ਜਾ ਰਹੇ। ਉੱਥੇ ਵੀ ਬਸ ਉਹ ਕੁੰਬੜ ਕੇ ਰਿਜਰਤ ਕਰੀ ਜਾਂਦੇ, ਕੁੰਬੜ ਕੇ ਰਿਜਰਤ ਕਰੀ ਜਾਂਦੇ। ਇਹ ਤਾਂ ਬਹੁਤ ਉੱਚੇ ਕਲਾਸ ਵਾਲਿਆਂ ਦੇ ਕਹਿਣ ਦੀ ਗੱਲ, ਪੜ੍ਹਨ ਦੀਆਂ ਗੱਲਾਂ ਹੁੰਦੀਆਂ ਨੇ। ਉਹੀ ਕੋਈ ਬੁੱਝ ਕੇ ਸਮਝਾ ਸਕਦਾ, ਫੇਰ ਹੀ ਰਾਹ ਖੁੱਲ੍ਹਦਾ ਹੁੰਦਾ। ਮਤਲਬ ਰਾਹ ਬੰਦ ਹੈ, ਪਬਲਿਕ ਵਾਸਤੇ ਰਾਹ ਬੰਦ ਹੁੰਦਾ ਹੈ। ਇਹਦੇ ਕਰਕੇ ਕਿਸੇ ਪੂਰੇ ਲੋੜ ਹੁੰਦਾ, ਪੂਰਾ ਸਤਿਗੁਰ ਜੇ ਮਿਲੇ। ਕਿਉਂ ਲਿਖਿਆ ਪੂਰਾ ਸਤਿਗੁਰ ਜੇ ਮਿਲੇ? ਕੱਢ ਰਤਨ ਕਰੇ ਪ੍ਰਕਾਸ਼, ਫੇਰ ਇਹਦਾ ਰਤਨ ਕੱਢ ਕੇ ਪ੍ਰਕਾਸ਼ ਕਰਦਾ ਹੈ ਚੋਂ। ਫਿਰ ਰਤਨ ਜਵਾਹਰ ਤਾਂ ਹੈ ਬਾਣੀ ਦੇ ਵਿੱਚ, ਫੇਰ ਇਹ ਜੋ ਰਤਨ ਕੱਢ ਕੇ ਉਹਦਾ ਪ੍ਰਕਾਸ਼ ਕਰਦਾ। ਨਾਮ ਰਤਨ ਇਹਦੇ ਵਿੱਚ, ਐਵੇਂ ਨਹੀਂ ਪ੍ਰਕਾਸ਼ ਹੁੰਦਾ। ਐਵੇਂ ਤਾਂ ਭੱਬਲ ਭੂਸੇ ਚ ਪਾਇਆ ਹੋਇਆ, ਸਾਰੇ ਭੱਬਲ ਭੂਸੇ ਚ ਪਾਏ ਨੇ, ਭੱਬਲ ਭੂਸੇ ਚ ਪਾਇਆ ਹੋਇਆ। ਔਰ ਮੰਨ ਲਿਆ ਵੀ ਅਸੀਂ ਧਾਰਮਿਕ ਹਾਂ, ਕੁਝ ਸਿਆਪਾ ਹੋ ਗਿਆ, ਕੱਟੜਵਾਦ ਪੈਦਾ ਹੋ ਗਿਆ, ਹੰਕਾਰ ਪੈਦਾ ਹੋ ਗਿਆ। ਜਿਵੇਂ ਅੱਗੇ ਹੰਕਾਰ ਪੈਦਾ ਹੁੰਦਾ ਸੀ, ਪਾਠ ਪੜ੍ਹੇ ਔਰ ਮੇਲ ਵਿਚਾਰੇ, ਇੱਥੇ ਵੀ ਹੰਕਾਰ ਪੈਦਾ ਹੋ ਰਿਹਾ। ਮੈਂ ਬਹੁਤ ਵਧੀਆ ਗ੍ਰੰਥੀ ਹਾਂ, ਮੈਂ ਬਹੁਤ ਬੜਾ ਰਾਗੀ ਹਾਂ, ਮੈਂ ਇੰਨੇ ਪਾਠ ਕਰਦਾ, ਮੈਂ ਉਹ ਕਰਦਾ, ਮੈਂ ਇੰਨੇ ਘੰਟੇ ਬੈਠਾ ਰਹਿਣਾ, ਨਾਮ ਜਪਦਾ, ਮਾਲਾ ਫੇਰਦਾ। ਇਹ ਕੀ ਹੈ? ਸਭ ਕੁਛ ਗੁਰਬਾਣੀ ਦੇ ਖਿਲਾਫ ਹੈ। ਸਭ ਕੁਛ ਗੁਰਬਾਣੀ ਦੇ ਖਿਲਾਫ ਹੈ। ਸਭ ਕੁਛ ਗੁਰਬਾਣੀ ਇਹਦੇ ਖਿਲਾਫ ਹੈ, ਕਹਿ ਲਓ। ਇਹਨਾਂ ਗੱਲਾਂ ਦੇ ਤਾਂ ਗੁਰਬਾਣੀ ਖਿਲਾਫ ਹੈ। ਉਹੀ ਅਸੀਂ ਕਰੀ ਜਾਂਦੇ। ਹਾਂਜੀ, ਸਿੱਧ ਸਰੋਵਰ ਹੈ ਭਾਈ ਲੈ ਨਿਵਾਸਾ। ਅਸੀਂ ਉਹ ਸਰੋਵਰ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਪਾਣੀ ਦੀ ਜਗ੍ਹਾ ਅੱਗ ਹੈ। ਅੱਗ ਕੀ ਹੈ? ਮਾਇਆ। ਮਾਇਆ ਅਗਰ ਸਭ ਕੁਝ ਪਾਣੀ ਦੀ ਜਗ੍ਹਾ ਅੱਗ ਪਾਈ ਹੋਈ ਹੈ। ਪਾਣੀ ਨੂੰ ਵਿਰੁੱਧ ਚੀਜ਼ ਹੈ। ਅਗਰ ਸਾਗਰ ਵਿੱਚ ਸਾਰੇ ਜਾ ਰਹੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਗਤ ਦਾ ਸਾਰਾ ਜਲ ਰਿਹਾ ਅੱਗ ਦੇ ਵਿੱਚ ਹੈ। ਪਾਣੀ ਪੌਕਤ ਨੇ ਕੀਆ ਪੰਕਜ ਮੋਹ ਪਗ ਨਹੀਂ ਚੱਲੈ। ਗਾਰਾ ਹੋ ਗਿਆ ਪਾਣੀ। ਪਾਣੀ ਹੁੰਦਾ, ਚਲੋ ਪਾਣੀ ਚ ਆਦਮੀ ਤਿਆਰ ਕਰ ਦੇ ਜਾਂਦਾ। ਪਾਣੀ ਵੀ ਸੌਖਾ ਹੈ। ਜੇ ਕੱਲਾ ਪਾਣੀ ਹੁੰਦਾ ਫਿਰ ਵੀ ਸੌਖਾ ਸੀ। ਅੱਗ 'ਚ ਆਦਮੀ ਭੱਜ ਕੇ ਲੰਘ ਜਾਂਦਾ, ਪਰ ਜੇ ਚਾਰ ਦੀਵਾਰੀ ਕੀਤੀ ਹੋਵੇ, ਬੰਦ ਹੋਵੇ,
ਰਾਹ ਨਾ ਹੋਵੇ ਕਿਤੇ, ਮਕਾਨ ਨੂੰ ਅੱਗ ਲੱਗ ਜਾ, ਨਿਕਲਣ ਨੂੰ ਰਸਤਾ ਨਹੀਂ, ਫਿਰ ਤਾਂ ਔਖਾ ਨਾ ਵੀ ਭੱਜ ਕੇ ਲੰਘ ਜੂਗਾ। ਉਹ ਬੰਦ ਹੋ ਗਿਆ ਹੁਣ ਵਿੱਚ, ਪੰਕਜ ਮੋਹ ਗਾਰਾ ਹੋ ਗਿਆ, ਮੋਹ ਵਿੱਚ ਪੈ ਗਿਆ ਤੇ ਮੋਹ ਬਹੁਤ ਹੈ, ਅੱਗ ਦਾ ਹੀ ਮੋਹ ਹੈ ਸਾਨੂੰ, ਪਿੱਛੇ ਡੜੀ ਨਹੀਂ। ਪੰਕਜ ਗਾਰਾ ਹੋ ਗਿਆ ਉਹਦੇ ਨਾਲ, ਪੱਗ ਨਹੀਂ ਚੱਲਦਾ ਹੁਣ, ਪੈਰ ਨਹੀਂ ਚੱਲਦੇ ਅੱਗੇ, ਵਿੱਚ ਚਿੱਕੜ ਦੇ ਪੈਰ ਨਹੀਂ ਚੱਲਦਾ ਆਦਮੀ ਤਾਂ, ਉੱਥੇ ਦਲਦਲ ਚ ਫਸ ਜਾਂਦਾ ਹੈ। ਜੋ ਪਾਣੀ ਤੈਰ ਕੇ ਭਰੇ ਨਿਕਲ ਵੀ ਜਾਂਦਾ ਹੈ, ਪਾਣੀ ਚੋਂ ਨਿਕਲ ਵੀ ਜਾਵੇ ਤੁਰ ਕੇ ਜਾਂ ਤੈਰ ਕੇ, ਤੇ ਚਿੱਕੜ ਚੋਂ ਨਿਕਲ ਵੀ ਨਹੀਂ ਸਕਦਾ। ਚਿੱਕੜ ਚ ਇੱਕ ਵਾਰ ਧਸਿਆ ਥੱਲੇ ਹੀ ਧਸਦਾ ਹੀ ਚਲਿਆ ਜਾਂਦਾ। ਹਮ ਦੇਖਾ ਤਾਂ ਹੈ ਡੂਬੀ ਵਾਲੇ, ਹੁਣ ਦੇਖ ਰਹੇ ਹਾਂ ਥੱਲੇ ਥੱਲੇ ਜਾ ਰਹੇ ਹਾਂ ਅਸੀਂ ਤਾਂ, ਜੇ ਗੁਰਬਾਣੀ ਦੀ ਸਮਝ ਨਹੀਂ ਆਈ ਉਲਟਾ ਥੱਲੇ ਨੂੰ ਜਾ ਰਹੇ ਹਾਂ ਅਸੀਂ। ਕਿਉਂਕਿ ਹੰਕਾਰ ਵੱਧ ਰਿਹਾ, ਜੇ ਹੰਕਾਰ ਵੱਧ ਰਿਹਾ ਥੱਲੇ ਨੂੰ ਜਾ ਰਹੇ ਹਾਂ, ਜੇ ਮੋਹ ਵੱਧ ਰਿਹਾ ਥੱਲੇ ਨੂੰ ਜਾ ਰਹੇ ਹਾਂ। ਆਦਮੀ ਦੀ ਜੋਗ ਤੋਂ ਥੱਲੇ ਨੂੰ ਜਾ ਰਹੇ ਹਾਂ ਅਸੀਂ, ਜਿੰਨਾ ਕੁਝ ਲੈ ਕੇ ਆਏ ਤੇ ਗਵਾ ਰਹੇ ਹਾਂ ਅਸੀਂ, ਨਿਮਰਤਾ ਲੈ ਕੇ ਆਏ ਤੇ ਗਵਾ ਲਈ, ਹੰਕਾਰ ਪੈਦਾ ਕਰ ਲਿਆ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਕਿਉਂਕਿ ਜਿਹੜਾ ਮੂੜ ਹੈ ਨਾ ਮਨ, ਇਹਨੇ ਇੱਕ ਵਾਰੇ ਸੁਚੇਤ ਨਹੀਂ ਹੋਇਆ, ਏਕ ਨ ਚੇਤਸ, ਇੱਕ ਇੱਕ ਸੁਣਦਾ ਹੈ, ਇਹਨੇ ਇੱਕ ਦੀ ਕੋਸ਼ਿਸ਼ ਨਹੀਂ ਕੀਤੀ ਚੱਲਣ ਦੀ, ਲੱਭਣ ਦੀ, ਟੋਲਣ ਦੀ ਕਿ ਇੱਕ ਕੀ ਹੁੰਦਾ, ਇੱਕ ਵਿਸਰਿਆ ਹੋਇਆ ਇਹਨੂੰ, ਉਹਦੇ ਬਾਰੇ ਕਦੇ ਸੁਚੇਤ ਨਹੀਂ ਹੋਇਆ। ਇੱਕ ਨੂੰ ਝਾੜੀਏ ਤਾਂ ਸਹੀ ਕੀ ਹੈ, ਏਕ ਨ ਚੇਤਸ ਮੂੜ ਮਨ, ਇੱਕ ਬਾਰੇ ਸੁਚੇਤ ਹੀ ਨਹੀਂ ਹੈ, ਇੱਕ ਦੀ ਇਹਨੂੰ ਭੁੱਖ ਹੀ ਨਹੀਂ ਹੈ, ਜਾਣਨ ਦੀ ਇੱਛਾ ਹੀ ਨਹੀਂ ਹੈ। ਹਰ ਵਿਸਰ ਦਾ ਤੇਰੇ ਗੁਣ ਗਲਿਆ, ਇਸ ਕਰਕੇ ਉਹ ਇੱਕ ਹਰ ਨੂੰ ਵਿਸਰ ਕੇ ਇਹਦੇ ਸਾਰੇ ਹੀ ਗੁਣ ਸੀ ਜਿਹੜੇ ਗਲ ਗਏ। ਕੁਝ ਗੁਣ ਸੀ ਇਹਦੇ ਚ, ਜੇ ਜੰਮਿਆ ਉਹਨੂੰ ਪਹਿਲਾਂ ਕਿ ਮੈਂ ਵਧੂਗਾ, ਇੱਧਰ ਨੂੰ ਜਾਊਗਾ, ਉਹਦੀ ਇੱਛਾ ਸੀ ਨਾ ਅੱਗੇ ਵਧਣ ਦੀ, ਉਹ ਗੁਣ ਸੀ, ਉਹ ਵੀ ਖਤਮ ਹੋ ਗਿਆ, ਉਹ ਛੱਡਤਾ। ਮਨੁੱਖਾ ਜਨਮ ਲਿਆ ਸੀ, ਇੱਛਾ ਸੀ ਇਹ ਤੋਂ ਵੱਧ ਕੇ ਹੁਣ ਛੁਟਕਾਰਾ ਪਾ ਲੈਣਾ, ਐਸਾ ਫਸਿਆ ਉਹ ਇੱਛਾ ਹੀ ਖਤਮ ਹੋ ਗਈ, ਇੱਛਾ ਖਤਮ ਹੋ ਗਈ, ਗੁਣ ਗਲ ਗਏ। ਨਾਮ ਦੀ ਇੱਛਾ ਸਾਰੇ ਗੁਣਾਂ ਤੋਂ ਪੈਦਾ ਹੁੰਦੀ ਹੈ, ਇਹ ਨਾਮ ਦੀ ਭੁੱਖ ਬਿਨਾਂ ਗੁਣਾਂ ਤੇ ਨਹੀਂ ਲੱਗਦੀ, ਉਹ ਗੁਣ ਗਲ ਕੇ ਇੱਛਾ ਹੀ ਇੱਛਾ ਤਾਂ ਪੈਦਾ ਤਾਂ ਹੋਵੇ ਜੇ ਗੁਣ ਹੋਣ, ਉਹ ਤਾਂ ਮੋਹ ਹੋ ਗਿਆ। ਨਿਰਮੋਹ ਹੀ ਸੀ ਪਹਿਲਾਂ ਇਹ, ਜਾਂ ਜੰਮਿਆ ਹੈ, ਮੋਹ ਨਹੀਂ ਸੀ, ਮੋਹ ਜੰਮ ਕੇ ਪੈਦਾ ਹੋਇਆ। ਮਾਂ ਬਾਪ ਨੂੰ ਜਾਣੇ ਨਾ ਬੁੱਝੇ ਨਾ ਕੌਣ, ਕਿਤੇ ਆ ਕੇ ਜਨਮ ਲੈ ਲਿਆ ਨਾ, ਉਹਨਾਂ ਨਾਲ ਲਿਆ ਸਾਲ ਜਿਹਾ, ਭੁੱਲ ਗਿਆ ਮੈਂ ਕਿੱਥੋਂ ਆਇਆ ਸੀ। ਉਹ ਜੰਮਣ ਤੋਂ ਪਹਿਲਾਂ ਤੂੰ ਕਿੱਥੇ ਸੀ, ਆਤਮਾ ਕਿੱਥੇ ਸੀ, ਕਿੱਥੋਂ ਆਇਆ ਸੀ, ਹੁਣ ਇੱਥੇ ਬਸ ਗਿਆ ਆ ਕੇ, ਇਹੀ ਮੇਰੇ ਹੋ ਗਏ। ਜੰਮਣ ਤੋਂ ਪਹਿਲਾਂ ਦੇਖੇ ਤੂੰ ਕੀ ਸੀ, ਉੱਥੇ ਹੀ ਨਹੀਂ ਲੱਗ ਗਿਆ ਜਿੱਥੇ ਗਿਆ, ਉੱਥੇ ਬਸ ਗਿਆ ਜਾ ਕੇ ਇੰਗਲੈਂਡ ਚ, ਵੀ ਜਾਣ ਨਹੀਂ, ਪਿਛਲਾ ਦੇਸ਼ ਹੀ ਭੁੱਲ ਗਿਆ, ਉੱਥੇ ਯਾਰ ਦੋਸਤ ਬਣ ਗਏ, ਕਹਿੰਦਾ ਵਾ ਇੱਥੇ ਠੀਕ ਹੈ, ਹੁਣ ਉੱਥੇ ਨੂੰ ਚੰਗੀ ਇੱਜ਼ਤ ਹੈ, ਇੱਥੇ ਪਤਾ ਹੀ ਨਹੀਂ ਪਿੱਛੇ ਦਾ ਕੀ ਹੈ, ਦੇਖ ਯਾਦ ਹੀ ਨਹੀਂ ਆਪਣਾ ਕਿੱਥੋਂ ਆਇਆ, ਕੀ ਗੱਲ ਹੈ। ਇਹ ਗੁਣ ਗੜ ਗਏ ਸਾਰੇ, ਕੁਛ ਲੈਣ ਆਇਆ ਸੀ, ਕਮਾਉਣ ਆਇਆ ਸੀ, ਉਹਦੀ ਵਜ੍ਹਾ ਇੱਥੇ ਹੀ ਹੋ ਕੇ ਰਹਿ ਗਿਆ। ਜੀਵਨ ਹੈ ਉੱਥੇ ਖਤਮ ਕਰ ਲਿਆ ਆਪਣਾ, ਜੇ ਉੱਥੇ ਦੀ ਕਮਾਈ ਉੱਥੇ ਹੀ ਛੱਡ ਜਾਣੀ ਹੈ, ਜੀਵਨ ਹੀ ਖਤਮ ਹੈ ਨਾ। ਗਿਆ ਸੀ ਵਿਦੇਸ਼ ਚ, ਕੁਛ ਉੱਥੋਂ ਕਮਾ ਕੇ ਆਪਣੇ ਦੇਸ਼ ਨੂੰ ਲਿਆਊਗਾ, ਉੱਥੇ ਦੀ ਕਮਾਈ ਉੱਥੇ ਰਹਿ ਜਾਣਾ, ਜੀਵਨ ਵੀ ਉੱਥੇ ਹੀ ਦੇ ਦਿੱਤਾ ਆਪਣਾ। ਸਮਝ ਲੱਗੀ, ਜੀਵਨ ਗਵਾ ਲਿਆ। ਉਹ ਜੋ ਜੀਵਨ ਸੀ, ਉਹ ਜਿੰਨਾ ਕਮਾਇਆ ਉਹ ਤਾਂ ਉੱਥੇ ਹੀ ਰਹਿ ਗਿਆ, ਉਹਦੀ ਕਮਾਈ ਸੀ ਉਹ ਵੀ ਦੇ ਆਇਆ, ਲੈ ਕੇ ਰੱਖੀ ਆਉਣਾ ਤਾਂ ਦੇ ਆਇਆ ਜੋ ਸੀਗੀ। ਉਹ ਦੇਸ਼ ਵਾਸਤੇ ਜੀਵਨ ਲਾਤਾ ਸਾਰਾ, ਇਹ ਦੇਸ਼ ਦੀ ਤਰੱਕੀ ਵਾਸਤੇ, ਸੁਰਗ ਬਣਾਉਣ ਵਾਸਤੇ, ਸੰਸਾਰ ਨੂੰ ਸਾਰਾ ਜੀਵਨ ਲਾਤਾ।
ਜੋ ਲੈ ਕੇ ਤੇ ਸਾਰਾ ਹੀ ਗਵਾ ਲਿਆ। ਉਹ ਸਾਰਿਆਂ ਨੇ ਸਾਰਾ ਗਵਾ ਲਿਆ। ਸਿੱਖਾਂ ਦੀ ਤਰੱਕੀ ਵਾਸਤੇ ਸਾਰਾ ਜੀਵਨ ਲਾਤਾ, ਸਾਰਾ ਹੀ ਗਵਾ ਲਿਆ ਦਾ ਉਤੇ। ਇਸ ਕਰਕੇ ਭਗਤ ਕੀ ਕਹਿੰਦੇ, ਸਭ ਨਾਲ ਆਪੋ ਆਪਣੀ, ਮੈਂ ਆਪਣੀ ਪਈ, ਮੈਨੂੰ ਕਿਸੇ ਦਾ ਮਤਲਬ ਕੋਈ ਨਹੀਂ, ਮੈਂ ਆਪਣੀ ਪਈ। ਇਹ ਤਾਂ ਬੜਾ ਸਵਾਰਥੀ ਹੈ ਇਸ ਲੈਵਲ 'ਚ। ਜੋ ਕੰਮ ਕਰਨਾ ਹੈ ਮੈਂ ਤਾਂ ਉਹ ਕਰਨਾ, ਕੋਈ ਕਰੇ ਕੋਈ ਨਾ ਕਰੇ, ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ। ਇਹ ਤਾਂ ਆਪਣਾ ਕੱਲਾ ਹੈ, ਸਵਾਰਥੀ ਹੈ। ਇਸ ਦੁਨੀਆ ਦੀ ਨਜ਼ਰ ਨਾਲ ਸਵਾਰਥੀ ਹੈ ਇਹ, ਇਹਨਾਂ ਦੇ ਹਿਸਾਬ ਨਾਲ ਸਵਾਰਥੀ ਹੈ ਫਿਰ ਇਹ, ਪਰ ਇਹ ਸਵਾਰਥੀ ਹੈ ਨੇ ਅਸਲ ਦੇ ਵਿੱਚ, ਸਵਾਰਥੀ ਨਹੀਂ ਹੈ। ਕਿਉਂਕਿ ਸੰਸਾਰ ਸਵਾਰਥੀ ਹੈ, ਇਸ ਕਰਕੇ ਪਰਮਾਰਥੀ ਨੂੰ ਸਵਾਰਥੀ ਮੰਨਦਾ। ਪਰਮਾਰਥੀ ਸੰਸਾਰ ਨੂੰ ਸਵਾਰਥੀ ਮੰਨਦਾ, ਸੰਸਾਰ ਸਵਾਰਥੀ ਨੂੰ, ਪਰਮਾਰਥੀ ਨੂੰ ਸਵਾਰਥੀ ਮੰਨਦਾ, ਭਗਤ ਨੂੰ ਸਵਾਰਥੀ ਮੰਨਦਾ। ਸੰਸਾਰ ਦਾ ਰੱਬ ਨੂੰ ਵੀ ਸਵਾਰਥੀ ਮੰਨਦਾ। ਕਈ ਆਦਮੀ ਕਹਿੰਦੇ ਨੇ ਰੋਜੀ ਰੱਬ ਵੀ ਬੜਾ ਸਵਾਰਥੀ ਹੈ, ਜਿਹੜਾ ਕਹਿੰਦਾ ਮੇਰੀ ਵਡਿਆਈ ਕਰੋ ਤਾਂ ਖੁਸ਼ ਹੁੰਦਾ। ਉਹਨਾਂ ਦਾ ਆਪਣਾ ਦੇਸੀ ਕੋਲ, ਉਹ ਤਾਂ ਬੜਾ ਵਡਿਆਈ ਦਾ ਭੁੱਖਾ ਹੈ। ਜਿਹੜਾ ਕਹਿੰਦਾ ਵੀ ਉਹ ਮੇਰਾ ਭਗਤ ਹੈ ਜਿਹੜਾ ਵਡਿਆਈ ਕਰੇ, ਉਹ ਭੁੱਖਾ ਹੀ ਦੱਸਦੇ ਨੇ ਉਹਨੂੰ। ਦੇਸੀ ਕੋਲ ਹੈ, ਉਹਨਾਂ ਦਾ ਸੋਚ ਹੋਰ ਹੈ, ਉਹਨਾਂ ਦੀ ਆਪਣੀ ਸੋਚ ਹੈ। ਇਸ ਕਰਕੇ ਸੰਸਾਰ ਦੀ ਭਗਤਾਂ ਦੀ ਸੋਚ ਕਦੇ ਨਾ ਰਲੀ ਹੈ ਨਾ ਰਲੂਗੀ। ਸੰਸਾਰੀ ਆਦਮੀ ਨੇ ਐਵੇਂ ਖਾਮਖਾ ਜਾਬਾਂ ਦਾ ਭੇੜ ਕਰਦੇ ਨੇ ਗੁਰਬਾਣੀ ਬਾਰੇ, ਧਰਮ ਬਾਰੇ। ਇਹਨਾਂ ਦਾ ਤਾਂ ਵਿਸ਼ਾ ਹੀ ਹੈ ਨਹੀਂ। ਇਹਨਾਂ ਦੀ ਸੋਚ ਹੋਰ, ਭਗਤੀ ਦੀ ਸੋਚ ਹੋਰ, 180 ਡਿਗਰੀ ਦਾ ਫਰਕ ਹੈ। ਐਵੇਂ ਬਕਲ ਮਾਰੀ ਜਾਂਦੇ ਨੇ, ਬੱਕ ਮਾਰੀ ਜਾਂਦੇ ਖਾਮਖਾ। ਹਾਂ, ਇਹਨਾਂ ਦੀਆਂ ਕੁਰਸੀਆਂ ਦੇ ਝਗੜੇ ਨੇ, ਹੰਕਾਰ ਦਾ ਝਗੜਾ ਹੈ, ਸਰਦਾਰੀਆਂ ਦੇ ਝਗੜੇ ਨੇ। ਆਪਣੇ ਹੋਰ ਤਰੀਕੇ ਨਾਲ ਲੜ ਲੈਣ, ਤਰੀਕੇ ਹੋਰ ਬਥੇਰੇ ਨੇ ਲੜਨ ਵਾਲੇ। ਕੋਈ ਜ਼ਰੂਰੀ ਹੈ ਵੀ ਤੁਸੀਂ ਧਰਮ ਦੇ ਵਿੱਚ ਲਿਆ ਕੇ ਖੜਾ ਕਰਨਾ, ਇਹ ਧਰਮ ਤੇ ਚੱਲੋ। ਜਿਹੜਾ ਧਰਮ ਤੇ ਚੱਲਦਾ ਉਹਦਾ ਤੇ ਝਗੜਾ ਹੀ ਕੋਈ ਨਹੀਂ ਹੈ। ਧਰਮ ਦਾ ਝਗੜਾ ਉਹਦਾ ਜਿਹਨੇ ਚੱਲਣਾ ਨਹੀਂ ਧਰਮ ਤੇ, ਜਿਹਨੇ ਚੱਲਣਾ ਉਹਦਾ ਕੋਈ ਝਗੜਾ ਨਹੀਂ ਧਰਮ ਦਾ। ਕਿਸੇ ਨਾਲ ਜਿਹਨੇ ਧਰਮ ਦੇ ਰਸਤੇ ਚੱਲਣਾ ਉਹਦਾ ਕੋਈ ਝਗੜਾ ਨਹੀਂ। ਭਗਤਾਂ ਨਾਲ ਦੱਸੋ ਕਿਹਦੇ ਨਾਲ ਕੋਈ ਝਗੜਾ ਹੋਇਆ ਧਰਮ ਦੇ ਚੱਲਣ ਦਾ? ਪਤਾ ਵੀ ਨਹੀਂ ਲੱਗਿਆ ਕਿਸੇ ਨੂੰ। ਲੈਣਾ ਕਦੇ ਨਾਨਕ ਬਣ ਗਿਆ, ਕਿਸੇ ਨੂੰ ਭਾਵ ਹੀ ਨਹੀਂ ਨਿਕਲੀ ਵੀ ਅਮਰਦਾਸ ਇਸ ਅਵਸਥਾ ਨੂੰ ਕਿਵੇਂ ਪਹੁੰਚ ਗਿਆ ਕਿ ਇੱਕ ਤੀਰ ਨਾਲੇ ਘਾਇਲ ਹੋ ਗਿਆ, ਬਣ ਜੋ ਲੱਗ ਗਿਆ। ਇੱਕ ਘਰਦਿਆਂ ਨੂੰ ਨਹੀਂ ਪਤਾ ਐਸ ਅਵਸਥਾ ਨੂੰ ਪਹੁੰਚ ਗਿਆ। ਇੱਕ ਸ਼ਬਦ ਸੁਣ ਕੇ ਹੀ ਕਹਿੰਦਾ ਵੀ ਬੰਦਾ ਦੱਸੋ ਕਿੱਥੇ, ਕਿਹੜਾ ਬੰਦਾ ਹੈ ਜਿਹਦੀ ਬਾਣੀ। ਇਹ ਅਵਸਥਾ ਕਿਵੇਂ ਪ੍ਰਾਪਤ ਕਰ ਲਈ ਕਿਸੇ ਨੂੰ ਨਹੀਂ ਪਤਾ ਹੁੰਦਾ। ਇਸ ਕਰਕੇ ਬੜੇ ਬੜੇ ਭਗਤਾਂ ਨੂੰ ਘਰਦਿਆਂ ਨੇ ਨਹੀਂ ਪਛਾਣਿਆ, ਨਾਨਕ ਗੁਰੂ ਬਾਪ ਨੇ ਨਹੀਂ ਪਛਾਣਿਆ, ਮਾਂ ਨੇ ਨਹੀਂ ਪਛਾਣਿਆ। ਉਹਨੂੰ ਤਾਂ ਕੋਈ ਪਛਾਣ ਨਹੀਂ ਸਕਦਾ ਹੁੰਦਾ ਭਗਤ ਨੂੰ। ਤਾਂ ਇਹ ਕਹਿੰਦੇ ਨੇ ਭਗਤੀ ਦਾ ਝਗੜਾ ਹੁੰਦਾ। ਜਿਹਨੇ ਕਿਸੇ ਨੇ ਨਾਮ ਜਪਣਾ ਹੈ, ਭਗਤੀ ਕਰਨੀ, ਉਹਦਾ ਕੋਈ, ਉਹਦਾ ਤਾਂ ਪਤਾ ਹੀ ਲੱਗਦਾ ਹੁੰਦਾ ਕਿਸੇ ਨੂੰ। ਇਹ ਜਾਬਾਂ ਦਾ ਭੇੜ ਜਿਹੜਾ ਕਰਦੇ ਨੇ, ਕਾਹਦਾ ਕਰਦੇ ਨੇ? ਹੰਕਾਰ ਦਾ ਕਰਦੇ ਨੇ। ਕੁਛ ਵੀ ਨਹੀਂ ਚ ਰੱਖਿਆ। ਨਾਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਨਾਹੂ ਜਤੀ, ਬੇਜਤੀ ਮੇਰੀ। ਜੇ ਜਤੀ ਹੁੰਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਭਗਤੀ ਦਾ। ਜਿਹੜੀ ਭਗਤੀ ਦਾ ਲੋਕਾਂ ਨੂੰ ਪਤਾ ਲੱਗ ਜਾਏ ਭਗਤੀ ਹੁੰਦੀ ਹੋਣੀ। ਜੇ ਜਤ ਰੱਖਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਬੇਜਤੀ ਹੈ। ਜੇ ਸਤੀ ਹੁੰਦਾ ਸਤਵਾਦੀ ਬਣਦਾ, ਜਿਵੇਂ ਉਹ ਬਣੇ, ਕਹਿੰਦਾ ਮੈਂ ਤਾਂ ਸੱਚੇ ਬੋਲਣਾ, ਉਹ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਇਹ ਬਈ ਭਗਤ ਹੈ ਤਾਂ ਸੱਚ ਬੋਲਦਾ ਹੈ, ਝੂਠ ਨਹੀਂ ਬੋਲਦਾ। ਇਹ ਭਗਤੀਆਂ ਦਾ ਤਾਂ ਪਤਾ, ਜੇ ਮਾੜਾ ਫਿਰਦਾ ਹੈ ਤਾਂ ਪਤਾ ਲੱਗ ਜਾਂਦਾ। ਭਗਤੀ ਉਹ ਹੈ ਜਿਹਦਾ ਪਤਾ ਹੀ ਨਾ ਲੱਗੇ ਕਿਸੇ ਨੂੰ। ਅਸਲ ਭਗਤੀ ਉਹ ਹੈ ਨਹੀਂ ਪੜਿਆ, ਜੇ ਪਤਾ ਲੱਗੇਗਾ ਕਾਹਦੀ ਭਗਤੀ ਹੈ। ਭਜਨ ਇੱਕ ਸੀਕ੍ਰੇਸੀ ਦੀ ਗੱਲ ਹੈ। ਭੋਜਨ ਭਜਨ ਖਜ਼ਾਨਾ ਨਾਰੀ ਤਾਂ ਹੀ ਕਹਿੰਦੇ। ਜੇ ਖਜ਼ਾਨੇ ਦਾ ਪਤਾ ਲੱਗ ਗਿਆ ਕਿਸੇ ਨੂੰ ਕਿੱਥੇ ਪੈਣੇ ਚੋਰ ਲੈ ਜਾਣਗੇ। ਇਹ ਤਾਂ ਸੀਕ੍ਰੇਸੀ ਦੀ ਗੱਲ ਹੁੰਦੀ ਹੈ। ਪਤਾ ਕਿਵੇਂ ਲੱਗ ਜਾ ਕਿਸੇ ਨੂੰ? ਉਹ ਪੈਸੇ ਉੱਥੇ ਘਰਦਿਆਂ ਤੋਂ ਵੀ ਲਗਾਓ ਕੇ ਰੱਖਦੇ, ਨੇੜਿਆਂ ਤੋਂ ਵੀ, ਘਰਾਂ 'ਚ। ਇਹ ਤਾਂ ਸੀਕ੍ਰੇਸੀ ਦੀ ਗੱਲ ਹੁੰਦੀ ਹੈ।
ਪਤਾ ਕਿਵੇਂ ਲੱਗ ਜਾ ਕਿਸੇ ਨੂੰ। ਤੇ ਇੱਥੇ ਬਾਲਾ ਦਿਖਾਉਂਦਾ ਫਿਰਦਾ ਕਿਆ ਦਿਖਾਵੇ ਲੋਏ, ਤਾਂ ਹੀ ਕਹਿ ਰਿਹਾ ਕਬੀਰ ਕਹਿੰਦਾ ਦਿਖਾਵਾ ਬਾਲਾ। ਉਹ ਦਿਖਾਵੇ ਦੀ ਭਗਤੀ ਹੁੰਦੀ ਹੋਈ ਨਹੀਂ ਹੈ। ਭਗਤੀ ਦਾ ਪਤਾ ਕਿਵੇਂ ਲੱਗ ਜਾ ਕਿਸੇ ਨੂੰ, ਉਹਦਾ ਨਹੀਂ ਪਤਾ ਲੱਗਦਾ ਹੁੰਦਾ। ਉਹ ਤਾਂ ਜਦ ਪਤਾ ਲੱਗਦਾ ਜਾਂ ਪ੍ਰਗਟ ਕਰਨੀ ਪੈਂਦੀ ਹੈ, ਉਹਨੂੰ ਬੋਲਣਾ ਪੈਂਦਾ। ਜਾਂ ਬੁਲਾਇਆ ਬੋਲਦਾ, ਰਮਦਾਸ ਦਾ ਜਦੇ ਪਤਾ ਲੱਗਾ ਜਾਂ ਬੁਲਾਇਆ ਬੋਲਿਆ, ਪਹਿਲਾਂ ਕਿਵੇਂ ਪਤਾ ਲੱਗ ਜਾਂਦਾ। ਕਬੀਰ ਨੂੰ ਖੁਦ ਨਹੀਂ ਪਤਾ ਲੱਗਿਆ ਹੋਣਾ ਰਮਦਾਸ ਦਾ। ਉਹ ਆਪਣਾ ਕੰਮ ਕਰਦਾ ਰਿਹਾ, ਗੱਲਾਂ ਚੱਲਦੀਆਂ ਸੀ ਪਬਲਿਕ ਦੇ ਵਿੱਚ, ਜੋ ਕਬੀਰ ਕਹਿੰਦਾ ਸੀ। ਜਾਂ ਕਬੀਰ ਉਪਦੇਸ਼ ਕਰਨ ਲੱਗ ਗਿਆ, ਗੱਲਾਂ ਤਾਂ ਚੱਲ ਪਈਆਂ, ਕਹਿਣਾ ਹੁੰਦਾ ਸੀ ਸੁਣੀ ਗਿਆ। ਰਾਮਦਾਸ ਦਾ ਪਤਾ ਲੱਗ ਗਿਆ ਸੀ ਕਿਸੇ ਨੂੰ, ਫਿਰ ਉੱਥੇ ਹੀ ਸੀ ਰਹਿੰਦਾ, ਘੁਗਣੀਆਂ ਵੇਚਦਾ, ਪਤਾ ਹੀ ਨਹੀਂ ਲੱਗਿਆ ਕਿਸੇ ਨੂੰ। ਬਸ ਜਿਹਨੂੰ ਪਤਾ ਲੱਗਦਾ ਨਾ ਉਸੇ ਨੂੰ ਲੱਗਦਾ ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣੇ। ਨਾਨਕ ਨੂੰ ਪਤਾ ਲੱਗਿਆ ਵੀ ਲੈਣਾ ਕਿੱਥੇ ਪਹੁੰਚ ਗਿਆ, ਬਾਕੀ ਨਹੀਂ ਕਿਸੇ ਨੂੰ ਪਤਾ ਲੱਗਿਆ। ਪਤਾ ਲੋਕਾਂ ਨੂੰ ਤਾਂ ਚੱਲ ਲੱਗਿਆ, ਜਾਓ ਕਹਿੰਦਾ ਵੀ ਭਾਈ ਹੁਣ ਜ਼ਿੰਮੇਵਾਰੀ ਇਹਨੂੰ ਦਿੰਦੇ, ਫਿਰ ਤਾਂ ਜਦੇ ਪਤਾ ਲੱਗਣਾ ਸੀ। ਏਦਾਂ ਹੀ ਪਤਾ ਲੱਗਦਾ ਹੁੰਦਾ। ਸਾਰੇ ਐਵੇਂ ਹੀ ਹੋਈ ਆ। ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਹੈ ਵੀ ਗਾਹਾਂ ਨੂੰ ਜ਼ਿੰਮੇਵਾਰੀ ਦੀ ਪੱਗ ਕਿਹਨੂੰ ਮਿਲਣੀ ਹੈ, ਦਸਤਾਰ ਕਿਹਨੂੰ ਮਿਲਣੀ ਹੈ। ਘਰ 'ਚ ਪਤਾ ਨਹੀਂ ਸੀ ਲੱਗਦਾ। ਇਸ ਕਰਕੇ ਪੁੱਛਦੇ ਰਹੇ ਨੇ ਜੀ ਗਾਹਾਂ ਨੂੰ ਜ਼ਿੰਮੇਵਾਰੀ ਕਿਹਦੀ। 8ਵੇਂ ਪਾਤਸ਼ਾਹ ਨੂੰ ਕਿਹਾ, ਕਹਿੰਦਾ ਬਾਬਾ ਬਕਾਲੇ ਦੱਸਿਆ ਨਾ, ਫਿਰ ਕਿਵੇਂ ਪਤਾ ਲੱਗ ਜੂਗਾ ਦੂਏ ਨੂੰ। ਕਿਸੇ ਨੂੰ ਪਤਾ ਹੀ ਨਹੀਂ ਹੈ। ਸਾਰਾ ਇਹੀ ਰਿਕਾਰਡ ਪਿਆ, ਪਤਾ ਚੱਲ ਲੱਗਿਆ ਜਾਂ ਉਹਨੇ ਆਖਰੀ ਟਾਈਮ ਤੇ ਕਿਹਾ ਵੀ ਆਹ ਗੱਲ ਹੈ ਬਸ। ਉਹਨੂੰ ਪਤਾ ਸੀ ਜਾਂ ਉਹਨੂੰ ਪਤਾ ਸੀ, ਦੋਹਾਂ ਨੂੰ ਪਤਾ ਸੀ, ਬਸ ਕਿਸੇ ਤੀਜੇ ਨੂੰ ਨਹੀਂ ਸੀ ਪਤਾ। ਨਾਉ ਜਤੀ ਸਤੀ ਨਹੀਂ ਪੜਿਆ, ਨਾਉ ਜਤੀ ਸਤੀ ਨਹੀਂ ਪੜਿਆ। ਪੜ੍ਹਾਈ ਦਾ ਵੀ ਪਤਾ ਲੱਗਦਾ, ਜਾਤਾ ਸਾਦਾ ਵੀ ਪਤਾ ਲੱਗਦਾ ਪਬਲਿਕ ਨੂੰ। ਤਿੰਨੇ ਗੱਲਾਂ ਭਗਤੀ ਦੀ ਨੇ। ਨਾ ਤਾਂ ਵਿਦਵਾਨ ਭਗਤ ਨੇ, ਬੜੇ ਵੀ ਆ ਗਏ ਨਾ ਤਾਂ ਵਿਦਵਾਨ ਧਾਰਮਿਕ ਬੰਦੇ ਹੁੰਦੇ ਨੇ, ਨਾ ਜਤੀ ਬੰਦੇ ਧਾਰਮਿਕ ਹੁੰਦੇ ਨੇ, ਨਾ ਸਤੀ ਬੰਦੇ ਧਾਰਮਿਕ ਹੁੰਦੇ ਨੇ। ਅਸਲੀ ਧਰਮ ਤੇ ਨਾ ਜਰੀ ਹੈ। ਪੜਿਆ ਮੂਰਖ ਆਖੀਏ, ਗਾਂ ਜਾ ਕੇ ਪੜਿਆ ਗੁਰਮੁਖ ਹੋ ਜਾਂਦਾ। ਫਿਰ ਅਸਲ 'ਚ ਪੜਿਆ ਨਹੀਂ ਜਿੰਨਾ ਚਿਰ ਕਰਦਾ ਸੰਸਾਰ ਦਾ। ਜੋ ਪੜ੍ਹਾਈ ਪੜ੍ਹੀ ਹੈ ਬਚਪਨ ਤੇ, ਮਾਂ ਬਾਪ ਹੈ ਤੇਰਾ ਮੇਰਾ, ਅਮਰਨਾ ਜਮਣਾ ਸਭ ਅਨਪੜ੍ਹਿਆ ਕਰਕੇ ਹੀ ਇਹ ਪੁੱਠੀ ਪੜ੍ਹਾਈ ਹੈ। ਪੁੱਠੀ ਪੜ੍ਹਾਈ ਹੈ ਨਾ। ਮੂਰਖ ਮੁਖ ਦਾ ਜਨਮ ਪਿਆ, ਮੂਰਖ ਮੁਖ ਦਾ ਜਨਮ ਪਿਆ। ਮੂਰਖ ਮੁਖ ਦਾ ਸੀਗਾ, ਜਨਮ ਲੈ ਲਿਆ। ਜਨਮ ਪਿਆ, ਜਨਮ ਪਦਾਰਥ ਤਾਂ ਪਿਆ, ਜਨਮ ਪਿਆ ਹੈ। ਜਤੀ ਸਤੀ ਨਹੀਂ ਨਾ ਪੜਿਆ ਸੀ, ਪਰ ਜਨਮ ਪਦਾਰਥ ਮਿਲ ਗਿਆ ਮੂਰਖ ਮੁਕਤ ਨੂੰ। ਮੂਰਖ ਮੁਕਤ ਬਣ ਗਿਆ ਤੇਰੇ ਸਾਹਮਣੇ। ਜਨਮ ਪਿਆ ਮੇਰੀ ਮੱਤ ਥੋੜੀ ਰਾਮ। ਜਦ ਆਪਣੇ ਆਪ ਨੂੰ ਮੈਂ ਮੂਰਖ ਬਣਿਆ ਤਾਂ ਜਨਮ ਪਿਆ। ਜਿੰਨਾ ਚਿਰ ਅਕਲਮੰਦ ਬਣਿਆ ਜਨਮ ਹੀ ਨਹੀਂ ਪਿਆ। ਜਿੰਨਾ ਚਿਰ ਆਪਣੀ ਮੱਤ ਬੜੀ ਵੱਡੀ ਜਨਮ ਹੀ ਨਹੀਂ ਪਿਆ। ਜਿੰਨਾ ਚਿਰ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਬਣਿਆ ਤੇ ਜਨਮ ਹੀ ਨਹੀਂ ਪਿਆ। ਜਨਮ ਪਦਾਰਥ ਨਹੀਂ ਮਿਲਿਆ। ਪਿਆ ਲਫ਼ਜ਼ ਵਰਤਿਆ, ਉਹ ਜਨਮ ਤਾਂ ਪਹਿਲਾਂ ਹੀ ਹੋਇਆ। ਇਹ ਜਿਹੜਾ ਪਿਆ ਨਵਾਂ ਹੈ, ਨਵਾਂ ਜਨਮ ਹੈ। ਉਹ ਤਾਂ ਸਾਰਿਆਂ ਨੇ ਹੋਇਆ ਜਨਮ, ਫਿਰ ਉਹਦਾ ਕੀ? ਮੂਰਖ ਮੁਕਦਾ ਜਨਮ ਪਿਆ। ਜਨਮ ਪਿਆ ਮੂਰਖ ਮੁਕਦਾ, ਤਾਂ ਲੋਕਾਂ ਨਾਲ ਮੱਤ ਨਹੀਂ ਮਿਲਦੀ। ਸਾਰਾ ਸੰਸਾਰ ਇੱਕ ਪਾਸੇ ਆਪਣੇ ਆਪ ਨੂੰ ਮੂਰਖ ਮੁਕਦਾ ਹੀ ਮੰਨਦੇ ਨੇ। ਕਹਿਤਾ ਵੀ ਚਲ ਅਸੀਂ ਮੂਰਖ ਸਹੀ, ਪਰ ਜਨਮ ਪਦਾਰਥ ਮਿਲ ਗਿਆ। ਦੁਨੀਆ ਕਹੇ ਮੂਰਖ ਹੈ, ਕਹਿੰਦੀ ਰਹੇ। ਅਸੀਂ ਆਪਣਾ ਜੋ ਟਾਰਗੇਟ ਲੈ ਕੇ ਆਏ ਤੇ ਅਚੀਵ ਕਰ ਲਿਆ। ਜਨਮ ਪਦਾਰਥ ਵਾਸਤੇ ਆਏ ਤੇ ਅਸੀਂ ਜਿੱਤ ਲਿਆ। ਮੂਰਖ ਮੁਕਤ ਹੋਈ ਹੈ, ਜੋ ਮਰਜੀ ਹੋਈ ਹੈ, ਇਹ ਜੋ ਮਰਜੀ ਕਹੀ ਜਾਣ। ਪ੍ਰਾਣ ਦਾ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਹੀਂ ਵਿਸਰਿਆ। ਬਸ ਆਹ ਗੱਲ ਹੈ।
ਜਿਨ੍ਹਾਂ ਨੂੰ ਤੂੰ ਨਹੀਂ ਵਿਸਰਿਆ ਉਹਨਾਂ ਦੀ ਸੜ ਜ਼ਰੂਰ ਪਏ। ਇਹ ਚਾਹੇ ਅਕਲ ਦਾ ਕੰਮ ਹੈ ਚਾਹੇ ਮੂਰਖ ਦਾ ਕੰਮ ਕਹਿ ਲੋ ਇਹਨੂੰ, ਕਿਉਂਕਿ ਉਹਨਾਂ ਦੀ ਸੜ ਅਸੀਂ ਪਏ ਤਾਂ ਜਦ ਮਿਲਿਆ। ਜਿੰਨਾ ਤੂੰ ਨਹੀਂ ਨਾ ਵਿਸਰਿਆ ਉਹਨਾਂ ਦੀ ਸੜ ਚਲੇ ਗਏ। ਅਸੀਂ ਚਾਹੁੰਦੇ ਤੇ ਵੀ ਤੂੰ ਨਾ ਵਿਸਰੇ ਕਿਸੇ ਤਰੀਕੇ ਨਾਲ, ਫਿਰ ਉਹਦੀ ਸੜ ਜਾਣਾ ਪੈਣਾ ਸੀ ਜਿਹਨੂੰ ਤੂੰ ਵਿਸਰਦਾ ਨਹੀਂ। ਉੱਥੇ ਪਤਾ ਲੱਗਣਾ ਸੀ ਵੀ ਕਿਹੜੀ ਵਿਧੀ ਹੈ ਜਿਹਦੇ ਨਾਲ ਵਿਸਰੀ ਨਾ। ਇਹ ਵਿਧੀ ਦਾ ਤਾਂ ਉੱਥੇ ਪਤਾ ਲੱਗਣਾ ਸੀ ਕਿਹੜੀ ਦਵਾਈ ਖਾਧੀ ਹੈ ਜਿਹਦੇ ਨਾਲ ਮੋਹ ਚਲਾ ਗਿਆ, ਕਿਹੜੀ ਦਵਾਈ ਖਾਧੀ ਹੈ ਜਿਹਦੇ ਨਾਲ ਹੰਕਾਰ ਚਲਾ ਗਿਆ, ਕਿਹੜੀ ਦਵਾਈ ਖਾਧੀ ਹੈ ਜਿਹਦੇ ਨਾਲ ਸੰਸਾਰ ਹੀ ਭੁੱਲ ਗਿਆ, ਕਿਹੜੀ ਦਵਾਈ ਖਾਧੀ ਹੈ ਜਿਹਦੇ ਨਾਲ ਜਿਉਂਦਾ ਹੀ ਮਰ ਗਿਆ। ਦਵਾਈ ਉਹਨੇ ਦੱਸਦੀ ਖਾ ਲਈ, ਮੂਰਖ ਦਾ ਜਨਮ ਪਿਆ, ਜਨਮ ਹੋ ਗਿਆ।